ਸੁਖਬੀਰ ਸੂਰੀ ਦੇ ਪੋਸਟਮਾਰਟਮ ਤੋਂ ਬਾਅਦ ਕਰ ਲਿਆ ਜ਼ਿੰਦਗੀ ਮ੍ਰਿਤਕ ਦੇ ਪਰਿਵਾਰ ਦਾ ਅੰਤਮ ਸੰਸਕਾਰ ਕਰਨ ਤੋਂ ਇਨਕਾਰ। ਸ਼ਹੀਦ ਦਾ ਦਰਜਾ ਦੇਣ ਤੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ। ਸੁਖਬੀਰ ਸੂਰੀ ਦੇ ਕਾਤਲ ਦਾ ਮਿਲਿਆ ਰਿਮਾਂਡ। ਅੰਮ੍ਰਿਤਸਰ ਕੋਰਟ ਨੇ ਮੁਲਜ਼ਮ ਸੰਦੀਪ ਸਨੀ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ। ਕੱਲ ਸੂਰੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ। ਸੁਖਬੀਰ ਸੂਰੀ ਦੇ ਬੇਟੇ ਨੂੰ ਮਿਲ ਰਹੀਆਂ ਨੇ ਧਮਕੀਆਂ। ਕਿਹਾ ਮੈਨੂੰ ਫੋਨ ਕਾਲ ਦੇ ਜ਼ਰੀਏ ਜਾਨੋਂ ਮਾਰਨ ਦੀ ਦਿੱਤੀ ਜਾ ਰਹੀ ਹੈ ਧਮਕੀ। ਮੇਰਾ ਵੀ ਪਿਤਾ ਵਰਗਾ ਹੱਲ ਕਰਨ ਦੀ ਲਈ ਕਿਹਾ ਜਾ ਰਿਹਾ ਹੈ। ਸੁਖਬੀਰ ਸੂਰੀ ਦੇ ਕਾਤਲ ਦੇ ਅੰਮ੍ਰਿਤਪਾਲ ਦੇ ਨਾਲ ਸਾਹਮਣੇ ਆਈ ਵੀਡੀਓ। ਸਨੀ ਦੀ ਕਾਰ ਤੇ ਵੀ ਲੱਗਿਆ ਹੋਇਆ ਸੀ ਅੰਮ੍ਰਿਤਪਾਲ ਦਾ ਸਟicker। ਸੁਖਬੀਰ ਸੂਰੀ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ। ਵਾਰਦਾਤ ਤੋਂ ਪਹਿਲਾਂ ਕਈ ਵਾਰ ਸੂਰੀ ਦੇ ਆਸੇ-ਪਾਸੇ ਘੁੰਮਦਾ ਰਿਹਾ ਮੁਲਜ਼ਮ। ਸੂਰੀ ਦੇ ਪਿੱਛੇ ਵੀ ਕਾਰ ਦੇ ਨੇੜੇ ਖੜਾ ਨਜ਼ਰ ਆਇਆ ਸੰਦੀਪ ਸਨੀ। ਸੂਰੀ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹਾਲਾਤ ਤਣਾਅਪੂਰਨ। ਬਾਜ਼ਾਰ ਬੰਦ ਕਰਵਾਉਣ ਦੇ ਦੌਰਾਨ ਜ਼ਬਰਦਸਤ ਹੰਗਾਮਾ। ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਬੰਦੂਕ ਲਹਿਰਾਉਂਦੇ ਨਜ਼ਰ ਆਏ ਸ਼ਖਸ। ਅਕਾਲੀ ਦਲ ਦਾ ਬੀਬੀ ਜਗੀਰ ਕੌਰ ਨੂੰ ਫਾਈਨਲ ਅਲਟੀਮੇਟਮ। ਚੋਣ ਲੜਨ ਤੋਂ ਪਿੱਛੇ ਹਟਣ ਦੇ ਲਈ ਕੱਲ 12 ਵਜੇ ਤੱਕ ਦਾ ਦਿੱਤਾ ਸਮਾਂ। ਤਾਂ ਬੀਬੀ ਜਗੀਰ ਕੌਰ ਨੇ ਪਾਰਟੀ ਤੋਂ ਮੁਅੱਤਲ ਕਰਨ ਤੇ ਅਨੁਸ਼ਾਸਨੀ ਕਮੇਟੀ ਤੇ ਹੀ ਚੁੱਕੇ ਸਵਾਲ। ਪੰਜਾਬ ਦੀਆਂ ਜੇਲ੍ਹਾਂ ਤੋਂ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ 7 ਹਵਾਲਾਤੀਆਂ ਤੋਂ ਮਿਲੇ 8 ਫੋਨ। ਕਪੂਰਥਲਾ ਸੈਂਟਰ ਜੇਲ੍ਹ ਦੇ ਵਿੱਚ ਵੀ ਕੈਦੀਆਂ ਤੋਂ 3 ਮੋਬਾਈਲ ਜ਼ਬਤ। ਡੇਰਾ ਬਿਆਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ। ਦੋਵਾਂ ਵਿਚਾਲੇ ਕਈ ਮਸਲਿਆਂ ਤੇ ਹੋਈ ਗੱਲਬਾਤ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਵਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ, ਵੱਡੇ ਬਿਆਨ ਤੋਂ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਗਿਆ ਹੈ। ਕਤਲ ਦੇ ਲਈ ਸਰਕਾਰ ਜ਼ਿੰਮੇਵਾਰ ਹੈ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿੱਧੇ ਤੌਰ ਤੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਗਿਆ ਕਿ ਕਤਲ ਦੇ ਲਈ ਸਰਕਾਰ ਜ਼ਿੰਮੇਵਾਰ ਹੈ। ਪੰਜਾਬ ਦੀ ਅਮਨ ਸ਼ਾਂਤੀ ਭੰਗ ਹੈ ਤੇ ਸੀਐਮ ਹੋਰ ਸੂਬਿਆਂ ਦੇ ਵਿੱਚ ਨੇ। ਪੰਜਾਬ ਤਾਂ ਤਰੱਕੀ ਕਰੂ ਜੇ ਇੱਥੇ ਭਾਈਚਾਰਕ ਸਾਂਝ ਰਹੀ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਰਹੀ। ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸੂਰੀ ਕਤਲਕਾਂਡ ਨੂੰ ਲੈ ਕੇ ਸਿੱਧੇ ਤੌਰ ਤੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਤਲ ਦੇ ਲਈ ਸਰਕਾਰ ਜ਼ਿੰਮੇਵਾਰ ਹੈ। ਪੰਜਾਬ ਦੀ ਅਮਨ ਸ਼ਾਂਤੀ ਭੰਗ ਹੈ ਤੇ ਸੀਐਮ ਹੋਰਨਾਂ ਸੂਬਿਆਂ ਦੇ ਵਿੱਚ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਰਹੀ। ਸੂਰੀ ਕਤਲਕਾਂਡ ਨੂੰ ਲੈ ਕੇ ਸਿਆਸਤ ਵੀ ਗਰਮਾਉਂਦੀ ਲਗਾਤਾਰ ਨਜ਼ਰ ਆ ਰਹੀ ਹੈ। ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ। ਸੁਖਬੀਰ ਸਿੰਘ ਬਾਦਲ ਦਾ ਵੀ ਇਸ ਦੇ ਵਿਚਾਲੇ ਵੱਡਾ ਬਿਆਨ ਸਾਹਮਣੇ। ਉਹਨਾਂ ਨੇ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਤਲ ਦੇ ਲਈ ਸਰਕਾਰ ਜ਼ਿੰਮੇਵਾਰ ਹੈ। ਪੰਜਾਬ ਦੀ ਅਮਨ ਸ਼ਾਂਤੀ ਭੰਗ ਹੈ ਪਰ ਸੀਐਮ ਹੋਰਨਾਂ ਸੂਬਿਆਂ ਦੇ ਵਿੱਚ ਸਿੱਧਾ ਸੀਐਮ ਤੇ ਵੀ ਨਿਸ਼ਾਨਾ ਸਾਧਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਰਹੀ। ਸੋ ਸਿਆਸੀ ਮੁੱਦਾ ਵੀ ਲਗਾਤਾਰ ਇਹ ਬਣਦਾ ਨਜ਼ਰ ਆ ਰਿਹਾ। ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ। ਹਾਲਾਂਕਿ ਇਸ ਦੇ ਵਿਚਾਲੇ ਸਰਕਾਰ ਦੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਵੀ ਤਾਕਤਾਂ ਹੋਣਗੀਆਂ ਇਸ ਕਤਲ ਦੇ ਪਿੱਛੇ, ਜਿਨ੍ਹਾਂ ਦੇ ਕਹਿਣ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਲਦੀ ਉਹ ਸਾਰੀਆਂ ਤਾਕਤਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ। ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਇਸ ਮਾਮਲੇ ਦੀ ਪੁਲਿਸ ਆਪਣਾ ਕੰਮ ਕਰ ਰਹੀ ਹੈ। ਮੁੱਖ ਮੰਤਰੀ ਗੁਜਰਾਤ, ਹਿਮਾਚਲ ਬਾਹਰ ਰਹਿੰਦੇ, ਕੋਈ ਪੁਲਿਸ ਦਾ ਕੰਟਰੋਲ ਨਹੀਂ ਹੈ। ਅਮਨ ਸ਼ਾਂਤੀ ਪੰਜਾਬ 'ਚ ਭੰਗ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬੜਾ ਕਲੀਅਰ ਹੈ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਰਹੂਗੀ। ਜਿਹੜੇ ਲੋਕ ਭਾਈਚਾਰਕ ਸਾਂਝ ਤੋੜਨਗੇ ਉਹ ਸਭ ਤੋਂ ਵੱਡੇ ਪੰਜਾਬ ਦੇ ਦੁਸ਼ਮਣ ਹੈ। ਸਰ, ਟਾਰਗੇਟ ਕਿਲਿੰਗ ਜਿਹੜੀਆਂ ਕਰਵਾਈਆਂ ਜਾ ਰਹੀਆਂ, ਮੈਂ ਇਹ ਕਹਿ ਰਿਹਾ ਕਿ ਪੁਲਿਸ ਨੂੰ ਪਤਾ ਕਰਨਾ ਚਾਹੀਦਾ ਕੌਣ ਬਿਹਾਈਂਡ ਹੈ। ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਮਰਡਰ ਹੋਇਆ, ਮੈਂ ਉਹੀ ਕਹਿ ਰਿਹਾ। ਸੁਖਬੀਰ ਜੀ, ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ? ਮੈਂ ਹਲੇ ਜ਼ਿੰਮੇਵਾਰ ਸਰਕਾਰ ਹੈ, ਕਿਉਂਕਿ ਸਰਕਾਰ ਦੇ ਮੁੱਖ ਮੰਤਰੀ ਦਾ ਕੰਮ ਹੈ ਪੰਜਾਬ ਸੰਭਾਲਣਾ। ਇੱਥੇ ਪੰਜਾਬ ਨਹੀਂ ਸੰਭਾਲ ਰਿਹਾ, ਉਹ ਬਾਹਰ ਤੁਰਿਆ ਫਿਰਦਾ ਹੈ, ਹੁਣ ਕੋਈ ਪਤਾ ਨਹੀਂ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਸੂਰੀ ਕਤਲਕਾਂਡ ਨੂੰ ਲੈ ਕੇ ਸਰਕਾਰ ਤੇ ਨਿਸ਼ਾਨੇ ਸਾਧੇ ਗਏ। ਪੰਜਾਬ ਦੇ ਵਿੱਚ ਕਿਸੇ ਪੰਜਾਬੀ ਤੇ
ਕਤਲ ਹੁੰਦਾ ਹੈ, ਉਹਦੀ ਮੌਤ ਹੁੰਦੀ, ਦੁਰਘਟਨਾ ਹੁੰਦੀ ਹੈ, ਸਮੁੱਚੇ ਪੰਜਾਬ ਵਾਸਤੇ ਇੱਕ ਬੜੀ ਮੈਂ ਸਮਝਣਾ ਮੱਧਭਾਗੀ ਗੱਲ। ਮੈਂ ਇਸ ਟੀਵੀ ਚੈਨਲਸ ਦੇ ਜ਼ਰੀਏ ਸਮੁੱਚੇ ਪੰਜਾਬੀ ਵੀਰਾਂ ਨੂੰ ਅਪੀਲ ਕਰੂੰਗਾ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਰੱਖੋ। ਇੱਕ ਗੱਲ ਮੈਂ ਪੰਜਾਬੀ ਵੀਰਾਂ ਨੂੰ ਤੇ ਭਰਾਵਾਂ ਨੂੰ ਤੇ ਆਪਣੀਆਂ ਭੈਣਾਂ ਨੂੰ ਕਲੀਅਰ ਕਰ ਦੇਣਾ ਚਾਹੁੰਦਾ, ਪੰਜਾਬ ਇੱਕ ਬੜੀ ਸਟ੍ਰੈਟੇਜਿਕ ਜਗ੍ਹਾ ਤੇ ਬੈਠਾ। ਪੰਜਾਬ ਇੱਕ ਬਾਰਡਰ ਦਾ ਸੂਬਾ ਹੈ। ਪੰਜਾਬ ਨੂੰ ਮਾਹੌਲ ਪੰਜਾਬ ਦਾ ਖਰਾਬ ਕਰਨ ਵਿੱਚ ਇੰਟਰਨੈਸ਼ਨਲ ਏਜੰਸੀਜ਼ ਵੀ ਹੈ ਨੇ, ਇਹਦੇ ਵਿੱਚ ਕੁਝ ਨੈਸ਼ਨਲ ਏਜੰਸੀਜ਼ ਵੀ ਹੈ। ਮੈਂ ਬੇਨਤੀ ਕਰਨਾ ਚਾਹੂੰਗਾ ਸਾਰੇ ਪੰਜਾਬੀਆਂ ਨੂੰ ਕਿ 80 ਤੇ 90 ਦੇ ਦੌਰ 'ਚ ਵੀ ਸੇਮ ਪੈਟਰਨ ਸ਼ੁਰੂ ਹੋਇਆ ਸੀ। ਵੱਡੀ ਕੀਮਤ ਅਦਾ ਕਰਨੀ ਪਈ ਸੀ, ਬਹੁਤ ਵੱਡੀਆਂ ਕੀਮਤਾਂ ਤੋਂ ਬਾਅਦ ਇੱਥੇ ਅਸੀਂ ਅਮਨ ਤੇ ਸ਼ਾਂਤੀ ਬਹਾਲ ਕਰ ਸਕੇ। ਮੇਰੀ ਹੁਣ ਫੇਰ ਹੱਥ ਜੋੜ ਕੇ ਗੁਜ਼ਾਰਿਸ਼ ਸਾਰੇ ਹੀ ਵਰਗਾਂ ਨੂੰ ਹੋਏਗੀ, ਅਸੀਂ ਇੱਕ ਆ, ਇੱਕ ਹੀ ਰਹਿਣਾ, ਇੱਕੋ ਜ਼ਮੀਨ ਤੇ ਅਸੀਂ ਪੈਦਾ ਹੋਏ ਆ, ਇੱਕੋ ਹੀ ਖੂਨ ਸਾਡੀਆਂ ਰਗਾਂ ਵਿੱਚੋਂ ਦੌੜਦਾ। ਕਿਰਪਾ ਕਰਕੇ ਉਹਨਾਂ ਤਾਕਤਾਂ ਦੇ ਖੁਦ ਸ਼ਿਕਾਰ ਨਾ ਹੋ ਜਾਈਏ। ਜਿਹੜਾ ਉਹਨਾਂ ਦਾ ਮਨਸੂਬਾ ਹੈ ਉਹਦੇ ਵਿੱਚ ਅਸੀਂ ਆਪ ਹੀ ਉਹਨਾਂ ਦੇ ਮਨਸੂਬੇ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਦੀ ਮਦਦ ਨਾ ਕਰੀਏ। ਪੁਲਿਸ ਨੇ ਇਮੀਡੀਏਟਲੀ ਉਸ ਬੰਦੇ ਨੂੰ, ਉਸ ਸ਼ਖਸ ਨੂੰ ਅਰੈਸਟ ਵੀ ਕਰ ਲਿਆ ਔਰ ਅਸਲਾ ਵੀ ਬਰਾਮਦ ਕਰ ਲਿਆ। ਇਹਦੇ ਪਿੱਛੇ ਕੀ ਹੈ ਕੀ ਨਹੀਂ ਹੈ, ਮੈਨੂੰ ਲੱਗਦਾ ਇਹ ਵੀ ਚੀਜ਼ਾਂ ਸਾਰੀਆਂ ਆਉਣ ਵਾਲੇ ਟਾਈਮ 'ਚ ਬਾਹਰ ਆ ਜਾਣਗੀਆਂ। ਲੇਕਿਨ ਜਿਸ ਤਰੀਕੇ ਨਾਲ ਅਨਫੋਰਚੂਨੇਟਲੀ ਇਹਨੂੰ ਇੱਕ ਕਮਿਊਨਲ ਰੰਗ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਬਿਲਕੁਲ ਮੈਨੂੰ ਲੱਗਦਾ ਹੈ ਬਿਲਕੁਲ ਹੋਣੀ ਨਹੀਂ ਚਾਹੀਦੀ। ਪੰਜਾਬ ਕੌਣ ਦੇ ਰਹੇ ਕਮਿਊਨਲ ਰੰਗ? ਕਈ ਜਿਹੜੇ ਪਾਰਟੀਆਂ ਦੀ ਰੋਜੀ ਰੋਟੀ ਹੀ ਭਾਈਚਾਰੇ ਨੂੰ ਲੜਾ ਕੇ ਚੱਲਦੀ ਹੈ, ਉਹਨਾਂ ਦੀ ਪੂਰੀ ਕੋਸ਼ਿਸ਼ ਹੈ। ਲੇਕਿਨ ਪੰਜਾਬ ਦਾ ਭਾਈਚਾਰਾ ਬੜਾ ਮਜ਼ਬੂਤ ਹੈ ਔਰ ਮਾਨ ਸਾਹਿਬ ਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਭਾਈਚਾਰੇ ਨੂੰ ਔਰ ਲਾਅ ਐਂਡ ਆਰਡਰ ਨੂੰ ਕਿਸੇ ਨੂੰ ਹੱਥ 'ਚ ਲੈਣ ਨਹੀਂ ਦੇਊਗੀ। ਭਾਈਚਾਰਾ ਬਣਾਉਣਾ ਸਾਡੀ ਜ਼ਿੰਮੇਵਾਰੀ ਔਰ ਬਣ ਕੇ ਇੱਕ ਤਰੀਕੇ ਨਾਲ ਹੀ ਮੇਨਟੇਨ ਰੱਖਣਾ। ਉਥੇ ਗੱਲ ਸੂਰੀ ਦੇ ਪਰਿਵਾਰ ਦੀ ਕੀਤੀ ਜਾਵੇ ਤਾਂ ਸੂਰੀ ਦੇ ਪਰਿਵਾਰ ਦੇ ਵੱਲੋਂ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਤੇ ਕਤਲकांड ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਵੀ ਮੰਗ ਰੱਖੀ ਗਈ ਹੈ। ਨਾਲ ਹੀ ਪਰਿਵਾਰ ਦਾ ਕਹਿਣਾ ਹੈ ਕਿ ਵਾਰਦਾਤ ਵੇਲੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ। ਜਦੋਂ ਤੱਕ ਲਿਖਤੀ ਤੌਰ ਤੇ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ ਤਦ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ। ਸੂਰੀ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਵੀ ਮੰਗ ਰੱਖੀ ਗਈ ਹੈ। ਸੂਰੀ ਦੇ ਘਰ ਦੇ ਵਿੱਚ ਸਮਰਥਕਾਂ ਦਾ ਵੱਡਾ ਹਜੂਮ ਉਮੜਿਆ ਹੋਇਆ। ਕਤਲ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਮਾਹੌਲ ਵੀ ਤਣਾਅਪੂਰਨ ਬਣਿਆ ਹੋਇਆ। ਇਸ ਦੇ ਵਿਚਾਲੇ ਲਗਾਤਾਰ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਸਹਿਮਤੀ ਬਣਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪਰਿਵਾਰ ਦੇ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਜੇਕਰ ਮੰਗਾਂ ਤੇ ਗੌਰ ਨਾ ਕੀਤਾ ਗਿਆ ਸਰਕਾਰ ਦੇ ਵੱਲੋਂ ਤੇ ਫਿਰ ਅਗਲੀ ਰਣਨੀਤੀ ਦਾ ਵੀ ਜਿਹੜਾ ਵਾ ਉਹ ਐਲਾਨ ਕੀਤਾ ਜਾਵੇਗਾ। ਸੋ ਤਾਜ਼ਾ ਅਪਡੇਟ ਲਈ ਸਿੱਧਾ ਰੁਖ ਕਰਦੇ ਹਾਂ ਅੰਮ੍ਰਿਤਸਰ ਦਾ। ਸੁਧੀਰ ਸੂਰੀ ਦੇ ਘਰ ਤੋਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ। ਰਾਜੀਵ, ਗੱਲ ਹੁਣ ਤੱਕ ਦੀ ਕੀਤੀ ਜਾਵੇ ਤਾਂ ਪਰਿਵਾਰ ਦੇ ਵੱਲੋਂ ਮੰਗਾਂ ਤਾਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਨੇ, ਪਰ ਕੀ ਇਹਨਾਂ ਮੰਗਾਂ ਤੇ ਕੋਈ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ? ਕਿਉਂਕਿ ਪਰਿਵਾਰ ਦੇ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜੇਕਰ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਸੰਸਕਾਰ ਤੱਕ ਨਹੀਂ ਕੀਤਾ ਜਾਵੇਗਾ। ਅਜੀ ਬਿਲਕੁਲ ਸਵੇਰ ਤੋਂ ਹੀ ਪਰਿਵਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਜਦੋਂ ਤੱਕ ਸ਼ਹੀਦ ਦਾ ਦਰਜਾ ਸੁਧੀਰ ਸੂਰੀ ਨੂੰ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ। ਪਰ ਹੁਣ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਜਿਹੜੇ ਉਹ ਵੀ ਮੌਜੂਦ ਨੇ ਔਰ ਜੋ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੀ ਵੀ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਕੁਝ ਗੱਲਾਂ ਤੇ ਸਹਿਮਤੀ ਹੋਈ ਹੈ। ਪਰ ਕੀ ਅੰਤਿਮ ਸੰਸਕਾਰ ਕੀਤਾ ਜਾਣਾ ਹੈ, ਕਦੋਂ ਕੀਤਾ ਜਾਣਾ ਹੈ, ਤਾਂ ਉਹਨਾਂ ਦੇ ਜੋ ਭਰਾ ਨੇ ਉਹ ਕੋਈ ਗੱਲਬਾਤ ਕਰ ਰਹੇ ਨੇ, ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹੁਣ ਇਸ ਵੇਲੇ ਪੂਰੀ ਗੱਲਬਾਤ ਹੋਈ। ਉਹਦਾ ਨਾਮ ਦਰਜ ਕੀਤਾ ਜਾਏ, ਪਹਿਲੀ ਮੰਗ ਹੈ ਵਾ। ਦੂਸਰੀ ਹੈ ਕਿ ਸ਼ਹੀਦੀ ਦਰਜਾ ਦਿੱਤਾ ਜਾਏ। ਤੀਸਰੀ ਹੈ ਸੀਬੀਆਈ ਦੀ ਜਾਂਚ ਕੀਤੀ ਜਾਏ ਔਰ ਫੈਮਿਲੀ ਜਿਹੜੀ ਹੈ ਉਹਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਏ। ਮੰਨ ਤੇ ਰਹੇ ਨੇ ਲੇਕਿਨ ਵਰਬਲੀ ਜਿਹੜੀ ਡਿਮਾਂਡਸ ਨੇ ਉਹਨੂੰ ਅਸੀਂ ਨਹੀਂ ਮੰਨਾਂਗੇ। ਕੋਈ ਗੱਲ ਨਹੀਂ, ਡੈਡ ਬੋਡੀ ਪਈ ਹੈ, ਕਹਿੰਦੇ ਟਾਈਮ ਲੱਗਣਾ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਆਪਣਾ ਟਾਈਮ ਲਵੋ, ਅਸੀਂ ਕੱਲ ਸੰਸਕਾਰ ਕਰ ਲਾਂਗੇ, ਪਰਸੋਂ ਕਰ ਲਾਂਗੇ। ਇਸ ਤਰ੍ਹਾਂ ਸੰਸਕਾਰ ਨਹੀਂ ਕੀਤਾ ਜਾਏਗਾ ਕਿ ਤੁਸੀਂ ਵਰਬਲੀ ਕਹਿ ਕੇ ਇੱਕ ਲੋਲੀਪੌਪ ਦੇ ਕੇ ਤੁਸੀਂ ਨਿਕਲ ਜਾਓ। ਇਸ ਤਰ੍ਹਾਂ ਨਹੀਂ ਹੋਏਗਾ। ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ, ਕਹਿੰਦੇ ਜੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਏਗੀ, ਪਰਿਵਾਰ ਨੂੰ ਇਨਸਾਫ ਮਿਲੇਗਾ। ਜਿਸ ਨੇ ਗੋਲੀ ਮਾਰੀ ਸੀ ਕਹਿੰਦੇ ਉਸ ਨੂੰ ਵੀ ਗ੍ਰਿਫਤਾਰ ਅਸੀਂ ਕੀਤਾ ਹੈਗਾ। ਉਹ ਤਾਂ ਸਭ ਨੂੰ ਪਤਾ, ਉਹਨਾਂ ਨੇ ਕਿਹੜੀ ਨਵੀਂ ਗੱਲ ਕਰਤੀ ਹੈ। ਤੁਹਾਨੂੰ ਕਿਉਂ ਚੁਟਕਲੇ ਸੁਣਾਉਂਦੇ ਆ?
ਤੇ ਇਹ ਤਾਂ ਨਵੀਂ ਗੱਲ ਤੇ ਕੁਝ ਨਹੀਂ ਕੀਤੀ ਉਹਨਾਂ ਨੇ ਇਹਦੇ 'ਚ। ਸਰ ਫੋਨ ਕਾਲ ਸੇ ਡਿਟੈਕਟ ਹੋਏ ਨੇ ਜਿਹੜੇ ਹਾਂ, ਬਿਲਕੁਲ ਹੋਏ ਜੀ, ਬਿਲਕੁਲ, ਔਰ ਕਾਫੀ ਨਾਮ ਉਹਦੇ 'ਚ ਦਰਜ ਕੀਤੇ ਜਾਣਗੇ ਕਿਉਂਕਿ ਅੱਗੇ ਅੱਗੇ ਇਨਕੁਆਇਰੀ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਜਿਹੜੀ ਅੰਮ੍ਰਿਤਪਾਲ ਦਾ ਨਾਮ ਨਾਮਜ਼ਦ ਕਰਨ ਦੀ ਗੱਲ ਹੈ ਉਹ ਮੰਨੀ ਗਈ ਹੈ ਜਾਂ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੁਣੇ 5 ਮਿੰਟ ਪਹਿਲੇ ਮੰਨੀ ਗਈ ਸੀ, ਹੁਣ ਮੈਨੂੰ ਡਾਵਾਡੋਲ ਲੱਗ ਰਹੀ ਹੈ। ਜਦੋਂ ਸਾਰੀਆਂ ਮੰਗਾਂ ਜਿੰਨੀ ਦੇਰ ਤੱਕ ਬਿਲਕੁਲ ਇੰਪਲੀਮੈਂਟ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਾਂ ਕੋਈ ਸੰਸਕਾਰ ਨਹੀਂ ਕਰਾਂਗੇ ਕਿਸੇ ਵੀ ਤਰ੍ਹਾਂ। ਜਿਹੜਾ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਸੀ ਉਹਦੇ ਬਾਰੇ ਕੀ ਕਹਿਣਾ? ਉਹ ਤਾਂ ਚਲੋ ਇੱਕ ਲੰਬਾ ਪ੍ਰੋਸੈਸ ਹੈ ਔਰ ਡੀਸੀ ਸਾਹਿਬ ਰਿਕਮੈਂਡ ਕਰ ਦੇਣਗੇ, ਉਹ ਆਪਾਂ ਵੀ ਰਾਜੀ ਠੀਕ ਆ, ਰਜਾਮੰਦ ਆ ਕਿ ਠੀਕ ਆ ਤੁਸੀਂ ਇਸ ਪ੍ਰੋਸੈਸ ਨੂੰ ਇਸ ਤਰ੍ਹਾਂ ਆਪਣਾ ਟਾਈਮ ਲਵੋ। ਲੇਕਿਨ ਜਿਹੜੇ ਪ੍ਰੋਸੈਸ ਪੁਲਿਸ ਖੁਦ ਹੁਣੇ ਕਰ ਸਕਦੀ ਹੈ, ਜੇ ਉਹਨੂੰ ਵੀ ਡਿਲੇ ਕਰੇਗੀ ਤਾਂ ਫਿਰ ਰਾਜੀਨਾਮਾ ਉਹ ਕਿਹੜੀ ਮੰਗ ਹੈ ਜਿਹੜੀ ਤੁਰੰਤ ਪ੍ਰਭਾਵ ਦੇ ਨਾਲ ਤੁਹਾਨੂੰ ਲੱਗਦਾ ਕਿ ਹੋਣੀ ਚਾਹੀਦੀ ਹੈ? ਹੁਣੇ ਦੇਖੋ, ਪਹਿਲੀ ਗੱਲ ਤੇ ਅੰਮ੍ਰਿਤਪਾਲ ਦਾ ਨਾਮ ਦਰਜ ਕਰਨਾ ਕਿੰਨੀ ਦੇਰ ਲੱਗਦੀ ਹੈ? ਹਾਲੇ 1.5 ਮਿੰਟ ਲੱਗੇਗਾ ਪੁਲਿਸ ਨੂੰ, ਪੁਲਿਸ ਉਹ ਕਰ ਨਹੀਂ ਪਾ ਰਹੀ। ਜਿੰਨੀ ਦੇਰ ਤੱਕ ਇਹ ਸਾਰੀਆਂ ਮੰਗਾਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਸੰਸਕਾਰ ਨਹੀਂ ਕੀਤਾ ਜਾਏਗਾ। ਅੰਮ੍ਰਿਤਪਾਲ ਦਾ ਨਾਮ ਦਰਜ ਕਰਨ ਦੀ ਮੰਗ ਕਿਉਂ? ਦੇਖਾਂਗੇ ਅੱਗੋਂ ਰੇਲ ਰੋਕੋ ਅੰਦੋਲਨ ਹੋ ਸਕਦਾ, ਆਤਮਦਾਹ ਕੀਤੇ ਜਾ ਸਕਦੇ ਹੈ, ਪਰਿਵਾਰ ਦਾ ਕੋਈ ਹੋਰ ਸਦੱਸਿਆ ਖੜਾ ਹੋ ਕੇ ਅੱਗ ਵੀ ਲਗਾ ਸਕਦਾ ਹੈ, ਇਹ ਤਾਂ ਸਭ ਕੁਝ ਬਾਅਦ ਚ ਦੇਖਾਂਗੇ। ਅੰਮ੍ਰਿਤਪਾਲ ਦਾ ਨਾਮ ਦਰਜ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ? ਕਿਉਂ ਮੰਗ ਕੀਤੀ ਜਾ ਰਹੀ? ਜਿਹੜਾ ਹਥਿਆਰ ਹੈ ਉਹਦੀ ਮੰਗ ਇਸ ਕਰਕੇ ਕੀਤੀ ਜਾ ਰਹੀ ਕਿ ਜਿਹਨੇ ਸਾਰੀ ਸਾਜ਼ਿਸ਼ ਰਚੀ ਹੈ, ਜੇ ਉਹਦਾ ਨਾਮ ਨਹੀਂ ਆਉਂਦਾ ਤਾਂ ਫਾਇਦਾ ਕੀ ਹੈ? ਸਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਅੰਮ੍ਰਿਤਪਾਲ ਦੇ ਨਾਲ ਉਸ ਸ਼ਖਸ ਦੀ ਜਿਹਨੇ ਗੋਲੀਆਂ ਚਲਾਈਆਂ, ਉਸ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਸੇ ਕਰਕੇ ਤਾਂ ਉਹਦਾ ਨਾਮ ਪਵਾਇਆ ਜਾ ਰਿਹਾ ਕਿ ਜਿਸ ਬੰਦੇ ਨੇ ਉਸ ਬੰਦੇ ਨੂੰ ਤਿਆਰ ਕੀਤਾ ਔਰ ਉਹਨੂੰ ਹਾਇਰ ਕੀਤਾ, ਉਹਨੂੰ ਪੇਮੈਂਟ ਕਰਕੇ ਆਪਣਾ ਕੰਮ ਕਰਵਾਇਆ, ਜੇ ਉਹਦਾ ਨਾਮ ਨਹੀਂ ਪਾਇਆ ਜਾਂਦਾ ਤੇ ਫਿਰ ਤਾਂ ਇਨਸਾਫ ਅਧੂਰਾ ਹੈ। ਤੇ ਪਰਿਵਾਰ ਦੀ ਹੁਣ ਸੁਰੱਖਿਆ ਦੀ ਕੋਈ ਗੱਲ ਹੋਈ ਪ੍ਰਸ਼ਾਸਨ ਦੇ ਨਾਲ? ਕੀ ਭਰੋਸਾ? ਸੁਰੱਖਿਆ ਦੀ ਵੀ ਕੋਈ ਇੰਨਾ ਇਸ਼ੂ ਨਹੀਂ ਹੈ, ਮੈਂ ਨਹੀਂ ਸਮਝਦਾ ਕਿ ਅਸੀਂ ਇਹਨੂੰ ਇੰਨਾ ਇਸ਼ੂ ਮੰਨ ਰਹੇ ਹਾਂ। ਨਹੀਂ ਵੀ ਦੇਣਗੇ ਤਾਂ ਆਪਾਂ ਮਰਨ ਨੂੰ ਫਿਰ ਤਿਆਰ ਹੀ ਹਾਂ, ਕੋਈ ਗੱਲ ਨਹੀਂ। ਖੈਰ ਉਹ ਮੰਨ ਵੀ ਰਹੇ ਨੇ ਇਸ ਗੱਲ ਨੂੰ ਕਿ ਉਹ ਤਾਂ ਕਰ ਦਿਆਂਗੇ, ਲੇਕਿਨ ਮੈਂ ਫਿਰ ਇੱਕ ਗੱਲ ਕਹਿਣਾ ਚਾਹਾਂਗੀ, ਸਭ ਵਰਬਲੀ ਹੋ ਰਿਹਾ ਹੈ, ਕੋਈ ਇੰਪਲੀਮੈਂਟ ਹਲੇ ਤੱਕ ਕੁਝ ਵੀ ਨਹੀਂ, ਨਹੀਂ ਕੁਛ ਦਿੱਤਾ ਗਿਆ। ਨਹੀਂ। ਕਿੰਨੀ ਦੇਰ ਦਾ ਅਲਟਰਨੇਟਿਵ ਦਿੱਤਾ ਸੀ? 2 ਘੰਟੇ ਦਾ ਦਿੱਤਾ ਸੀ। ਹੁਣੇ ਉੱਪਰ ਮੇਰੇ ਰੂਮ 'ਚ ਬੈਠ ਕੇ ਜਿਹੜੀ ਗੱਲ ਹੋਈ ਵੀ ਠੀਕ ਹੈ ਤੁਹਾਨੂੰ ਸਭ ਕੁਝ ਦਿੱਤਾ ਜਾ ਰਿਹਾ, ਔਰ ਅੱਜ ਹੁਣ ਨੀਚੇ ਗਰਾਊਂਡ ਤੇ ਆਏ ਨੇ ਜਦੋਂ ਫੇਲਿਅਰ ਜਿਸ ਤਰ੍ਹਾਂ ਪੁਲਿਸ ਕਰਦੀ ਬਾਰ-ਬਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਤੁਸੀਂ ਅੰਤਿਮ ਸੰਸਕਾਰ ਜੀ ਜੀ ਲੋਲੀਪੌਪ ਦਿੱਤਾ ਜਾ ਰਿਹਾ। ਜੀ ਬਿਲਕੁਲ। ਤਾਂ ਇਹਨੇ ਸੁਧੀਰ ਸੂਰੀ ਦੇ ਭਰਾ ਜਿਨ੍ਹਾਂ ਨੇ ਖੁੱਲ ਕੇ ਸਾਰੀ ਗੱਲਬਾਤ ਦੱਸੀ ਹੈ ਕਿ ਪ੍ਰਸ਼ਾਸਨ ਦੇ ਨਾਲ ਲਗਾਤਾਰ ਮੰਗਾਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ, ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਜੋ ਹੈ ਇਹ ਗੱਲਾਂ ਇੱਕ ਪਾਸੇ ਤਾਂ ਜਦੋਂ ਕਮਰੇ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਦੋਂ ਸਾਰੀਆਂ ਮੰਗਾਂ ਮੰਨਣ ਦੀ ਗੱਲ ਕੀਤੀ ਜਾਂਦੀ, ਪਰ ਜਦੋਂ ਇਹਨਾਂ ਜਿਹੜੇ ਵੱਖ-ਵੱਖ ਸੰਗਠਨਾਂ ਦੇ ਮੁਖੀ ਇੱਥੇ ਪਹੁੰਚੇ ਨੇ, ਜਦੋਂ ਉੱਥੇ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ, ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆਪਣੀਆਂ ਜਿਹੜੀਆਂ ਮੰਗਾਂ ਮੰਨਣ ਦੀ ਗੱਲ ਕਰ ਰਿਹਾ, ਕਿਤੇ ਨਾ ਕਿਤੇ ਉਸ ਤੋਂ ਪਿੱਛੇ ਹੱਥ ਖਿੱਚਦਾ ਵੀ ਨਜ਼ਰ ਆਉਂਦਾ। ਤਾਂ ਇਸ ਕਰਕੇ ਸਿੱਧੇ ਤੌਰ ਤੇ ਹੁਣ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਅਸੀਂ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ। ਤਾਂ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਲਗਾਤਾਰ ਇੱਥੇ ਮੌਜੂਦ ਨੇ, ਸਵੇਰ ਤੋਂ ਹੀ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੋ ਪਰਿਵਾਰ ਹੈ ਉਹ ਆਪਣੀ ਉਸੇ ਹੀ ਜਿੱਦ ਤੇ ਅੜਿਆ ਹੋਇਆ ਕਿ ਜਿਹੜੀਆਂ ਮੰਗਾਂ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ, ਹਾਲਾਂਕਿ ਜਿਹੜਾ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਆ ਉਸ ਨੂੰ ਲੈ ਕੇ ਪਰਿਵਾਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਸਹਿਮਤ ਹੈ ਕਿ ਉਹ ਇੱਕ ਲੰਬਾ ਪ੍ਰੋਸੈਸ ਹੁੰਦਾ, ਤਾਂ ਉਹਨਾਂ ਦਾ ਕਹਿਣਾ ਕਿ ਉਸ ਨੂੰ ਲੈ ਕੇ ਜਿਹੜਾ ਪ੍ਰੋਸੀਜਰ ਹੈ ਉਹ ਜਥੇਬੰਦੀਆਂ ਵੱਲੋਂ ਫੋਲੋ ਕੀਤਾ ਜਾਏਗਾ। ਪਰ ਜਿਹੜੀਆਂ ਬਾਕੀ ਮੰਗਾਂ ਨੇ, ਤਾਂ ਸਭ ਤੋਂ ਵੱਡੀ ਹੁਣ ਮੰਗ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਹੈ, ਤਾਂ ਉਸ ਦੇ ਖਿਲਾਫ ਉਹਨਾਂ ਦਾ ਕਹਿਣਾ ਕਿ ਇੱਕ ਤਾਂ FIR ਦੇ ਵਿੱਚ ਨਾਮਜ਼ਦ ਉਸ ਨੂੰ ਕੀਤਾ ਜਾਵੇ, ਤੁਰੰਤ ਜਿਹੜੀ ਗ੍ਰਿਫਤਾਰੀ ਦੀ ਵੀ ਹੁਣ ਮੰਗ ਜੋ ਹੈ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਤਾਂ ਤੁਸੀਂ ਦੇਖ ਸਕਦੇ ਕਿ ਇਹ ਸੁਧੀਰ ਸੂਰੀ ਉਹਨਾਂ ਦੇ ਜੋ ਘਰ ਦੇ ਬਾਹਰ ਦੀ ਤਸਵੀਰ ਆ, ਵੱਖ-ਵੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਪਹੁੰਚੇ ਹੋਏ ਨੇ। ਤਾਂ ਹੁਣ ਅੰਤਿਮ ਸੰਸਕਾਰ ਕਦੋਂ ਹੁੰਦਾ ਇਹ ਹਾਲੇ ਵੀ ਕੁਝ ਸਪਸ਼ਟ ਨਹੀਂ ਹੈ, ਪਰ ਪਰਿਵਾਰ ਜੋ ਹੈ ਉਹਨਾਂ ਦਾ ਉਹ ਇਸੇ ਜਿੱਦ ਤੇ ਅੜਿਆ ਹੋਇਆ ਕਿ ਜਿਹੜੀਆਂ ਮੰਗਾਂ ਪਰਿਵਾਰ ਦੇ ਨਾਲ-ਨਾਲ ਉਹਨਾਂ ਦੇ ਸਮਰਥਕਾਂ ਦੀਆਂ ਉਸ ਨੂੰ ਜਦੋਂ ਤੱਕ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਉਦੋਂ ਤੱਕ ਅੰਤਿਮ ਸੰਸਕਾਰ ਜੋ ਹੈ ਉਹ ਨਹੀਂ ਕੀਤਾ ਜਾਏਗਾ। ਜੀ ਪ੍ਰਵਿੰਦਰ। ਰਾਜੀਵ, ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ 5 ਵਜੇ ਤੱਕ ਦਾ 2 ਵਜੇ ਤੱਕ ਦਾ ਅਲਟੀਮੇਟਮ, ਕਿਉਂਕਿ 1 ਘੰਟਾ ਕਰੀਬ ਨਿਕਲ ਚੁੱਕਾ ਹੈ, 1.25 ਘੰਟਾ, ਤਾਂ ਕੀ 5 ਵਜੇ ਤੋਂ ਬਾਅਦ ਕੋਈ ਵੱਡਾ ਹੋਰ ਵੀ ਐਲਾਨ ਕੀਤਾ ਜਾ ਸਕਦਾ ਹੈ ਪਰਿਵਾਰ ਦੇ ਵੱਲੋਂ, ਜਥੇਬੰਦੀ ਵੱਲੋਂ? ਜੀ ਬਿਲਕੁਲ, ਸੁਧੀਰ ਸੂਰੀ ਦੇ ਜੋ ਭਰਾ ਨੇ ਉਹਨਾਂ ਵੱਲੋਂ ਬਹੁਤ ਵੱਡੀ ਗੱਲ ਕਹੀ ਗਈ ਹੈ। ਉਹਨਾਂ ਦਾ ਕਹਿਣਾ ਕਿ ਸੰਸਕਾਰ ਤਾਂ ਇੱਕ ਬੜੀ ਛੋਟੀ ਗੱਲ ਹੈ, ਜੇਕਰ ਪਰਿਵਾਰ ਨੂੰ ਇਨਸਾਫ ਦੇ ਲਈ
ਕਿਉਂਕਿ ਬਿਲਕੁਲ ਜੋ ਨੇੜੇ ਆ ਰੇਲਵੇ ਟਰੈਕ ਹੈ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਰੇਲ ਟਰੈਕ ਤੇ ਵੀ ਬੈਠ ਸਕਦੇ ਹਾਂ। ਆਤਮਦਾਹ ਤੱਕ ਦੀ ਗੱਲ ਉਹਨਾਂ ਵੱਲੋਂ ਕਹਿ ਦਿੱਤੀ ਗਈ ਹੈ। ਤਾਂ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਗੁੱਸਾ ਹੈ। ਤਾਂ ਉਹਨਾਂ ਦਾ ਕਹਿਣਾ ਕਿ ਸਿਰਫ ਸਾਡੀ ਸਹਿਮਤੀ ਹੁਣ ਨਹੀਂ ਚੱਲੇਗੀ, ਜਿੰਨੇ ਵੀ ਜਥੇਬੰਦੀਆਂ ਦੇ ਮੁਖੀ ਪਹੁੰਚੇ ਨੇ, ਸੁਧੀਰ ਸੂਰੀ ਦੇ ਜਿਹੜੇ ਸਮਰਥਕ ਨੇ, ਉਹਨਾਂ ਦੇ ਜਿਹੜੇ ਸਾਥੀ ਨੇ, ਜਦੋਂ ਤੱਕ ਉਹ ਸਾਰੇ ਰਾਜ਼ੀ ਨਹੀਂ ਹੋਣਗੇ ਉਦੋਂ ਤੱਕ ਅੰਤਿਮ ਸੰਸਕਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲਾਂਕਿ ਪ੍ਰਸ਼ਾਸਨ ਇਹ ਹਵਾਲਾ ਦੇ ਰਿਹਾ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਜ਼ਿਆਦਾ ਦੇਰ ਨਹੀਂ ਰੱਖਿਆ ਜਾ ਸਕਦਾ, ਪਰ ਉਹਨਾਂ ਦਾ ਕਹਿਣਾ ਕਿ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਨਹੀਂ ਹੈ, ਉਹ ਅਸੀਂ ਖੁਦ ਦੇਖਾਂਗੇ, ਖੁਦ ਤੈਅ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੰਤਿਮ ਸੰਸਕਾਰ ਕਦੋਂ ਕਰਨਾ। ਪਰ ਜਿਹੜੀਆਂ ਮੰਗਾਂ ਨੂੰ ਲੈ ਕੇ ਕੁਝ ਦੇਰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਕੋਈ ਸਹਿਮਤੀ ਜਿਹੜੀ ਆ ਬਣੀ ਹੈ, ਪਰ ਹੁਣ ਜੋ ਹੈ ਕੁਝ ਦੇਰ ਪਹਿਲਾਂ ਇੱਕ ਆਗੂ ਵੱਲੋਂ ਉਹਨਾਂ ਸਹਿਮਤੀਆਂ ਬਾਰੇ ਜਦੋਂ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਕਿੰਤੂ ਪਰੰਤੂ ਹੋਇਆ ਕਿ ਪ੍ਰਸ਼ਾਸਨ ਜਦੋਂ ਕਮਰੇ ਦੇ ਵਿੱਚ ਬੈਠ ਕੇ ਪਰਿਵਾਰ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉਦੋਂ ਪ੍ਰਸ਼ਾਸਨ ਦਾ ਰਵੱਈਆ ਹੋਰ ਹੁੰਦਾ, ਪਰ ਜਦੋਂ ਜਥੇਬੰਦੀਆਂ ਦੇ ਆਗੂਆਂ ਦੇ ਸਾਹਮਣੇ ਗੱਲ ਕੀਤੀ ਜਾਂਦੀ ਹੈ ਜਾਂ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਕਿ ਸਾਰਿਆਂ ਦੇ ਸਾਹਮਣੇ ਉਸ ਗੱਲ ਤੇ ਮੋਹਰ ਲਗਾਈ ਜਾਵੇ ਤਾਂ ਉਦੋਂ ਕਿਤੇ ਨਾ ਕਿਤੇ ਪ੍ਰਸ਼ਾਸਨ ਜੋ ਹੈ ਉਹ ਹੱਥ ਪਿੱਛੇ ਖਿੱਚਦਾ ਹੋਇਆ ਨਜ਼ਰ ਆਉਂਦਾ। ਤਾਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਜੋ ਸੰਤ ਸਮਾਜ ਦੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ, ਤੁਸੀਂ ਦੇਖ ਸਕਦੇ ਹੋ, ਉਹ ਵੀ ਲਗਾਤਾਰ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ। ਤਾਂ ਹੁਣ ਕਦੋਂ ਤੱਕ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਸ਼ਾਸਨ ਮੰਨਦਾ ਹੈ, ਇਸ ਗੱਲ ਦਾ ਹਰ ਕਿਸੇ ਨੂੰ ਇੰਤਜ਼ਾਰ ਹੈ। ਪਰ ਫਿਲਹਾਲ ਪਰਿਵਾਰ ਦਾ ਇਹੀ ਕਹਿਣਾ ਕਿ ਹਾਲੇ ਤੱਕ ਅੰਤਿਮ ਸੰਸਕਾਰ ਕਰਨ ਬਾਰੇ ਕੋਈ ਪਰਿਵਾਰ ਦਾ ਫੈਸਲਾ ਨਹੀਂ ਹੋਇਆ ਔਰ ਕੁਝ ਸਮਾਂ ਹੋਰ ਉਹਨਾਂ ਦਾ ਕਹਿਣਾ ਕਿ ਅਸੀਂ ਇੰਤਜ਼ਾਰ ਕਰਾਂਗੇ। ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਜੇਕਰ ਉਹਨਾਂ ਦੀਆਂ ਮੰਗਾਂ ਦੇ ਉੱਪਰ ਮੋਹਰ ਲਗਾਉਂਦੇ ਨੇ ਤਾਂ ਉਸ ਤੋਂ ਬਾਅਦ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰਨ ਬਾਰੇ ਫੈਸਲਾ ਲਿਆ ਜਾ ਸਕਦਾ। ਤਾਂ ਇਸ ਵੇਲੇ ਦੀ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਘਰ ਦੇ ਬਾਹਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਜੁਟੇ ਹੋਏ ਨੇ ਔਰ ਇੱਕ ਪਾਸੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਵੀ ਜੋ ਉਹਨਾਂ ਦੇ ਸਮਰਥਕ ਪਹੁੰਚ ਰਹੇ ਨੇ। ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸਦਮੇ ਦੇ ਵਿੱਚ ਹੈ, ਪਰ ਇਸ ਸਦਮੇ ਨੂੰ ਝੱਲਣ ਦੇ ਨਾਲ ਪਰਿਵਾਰ ਜੋ ਹੈ ਉਹ ਇਨਸਾਫ ਦੀ ਵੀ ਮੰਗ ਕਰਦਾ ਹੋਇਆ ਨਜ਼ਰ ਆ ਰਿਹਾ। ਜੀ ਰਾਜੀਵ, ਜਿਵੇਂ ਕਿ ਸੁਧੀਰ ਸੂਰੀ ਦੇ ਭਰਾ ਨੇ ਵੀ ਵਿਸਥਾਰਾਂ ਦੱਸਿਆ, ਹਾਲਾਂਕਿ ਕਾਫੀ ਮੰਗਾਂ ਨੇ। ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਦੀ ਜੋ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਪਰਿਵਾਰ ਦੀ, ਕੋਈ ਅਜਿਹੀ ਮੰਗ ਹੈ ਜਿਸ ਤੇ ਕਿ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਕੋਈ ਸਹਿਮਤੀ ਜਤਾਈ ਗਈ ਹੈ? ਦੇਖੋ, ਜਿੰਨੀਆਂ ਵੀ ਮੰਗਾਂ ਨੇ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਹਰ ਮੰਗ ਦੇ ਉੱਪਰ ਪ੍ਰਸ਼ਾਸਨ ਹਾਂ ਤਾਂ ਜ਼ਰੂਰ ਕਰ ਰਿਹਾ, ਪਰ ਇਹਨਾਂ ਚੀਜ਼ਾਂ ਨੂੰ ਰਿਟਨ ਦੇ ਵਿੱਚ ਜੋ ਹੈ ਪਰਿਵਾਰ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਮੰਨਣ ਦੇ ਲਈ ਰਾਜ਼ੀ ਨਹੀਂ ਹੈ। ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਤੇ ਸਿਰਫ ਅੰਤਿਮ ਸੰਸਕਾਰ ਕਰਵਾਉਣ ਤੱਕ ਹੀ ਪ੍ਰਸ਼ਾਸਨ ਦੀ ਇੱਕ ਕਹਿ ਸਕਦੇ ਕਿ ਕੋਸ਼ਿਸ਼ ਹੈ। ਉਸ ਤੋਂ ਬਾਅਦ ਹੋ ਸਕਦਾ ਕਿ ਪਰਿਵਾਰ ਦੀਆਂ ਇਹਨਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਤਾਂ ਇੱਕ ਤਾਂ ਲਿਖਤੀ ਰੂਪ ਦੇ ਵਿੱਚ ਸਾਰੀਆਂ ਗੱਲਾਂ ਪਰਿਵਾਰ ਕਹਿ ਰਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਣ, ਔਰ ਦੂਸਰੇ ਪਾਸੇ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਮੰਗ ਉੱਠ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਉਸ ਦਾ ਜਿਹੜਾ ਨਾਮ ਹੈ ਉਹ ਇਸ FIR ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਤਾਂ ਪਰਿਵਾਰ ਦਾ ਕਹਿਣਾ ਕਿ ਇਹ ਕੋਈ ਬਹੁਤ ਲੰਬਾ ਕੰਮ ਨਹੀਂ, ਹਾਲਾਂਕਿ ਜਿਹੜਾ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਉਸ ਦੇ ਲਈ ਜ਼ਰੂਰ ਸਮਾਂ ਲੱਗਦਾ, ਪਰ ਇਹ ਜੋ ਕੰਮ ਹੈ ਪੁਲਿਸ ਦਾ ਕਿ ਉਸ ਦਾ ਨਾਮ ਜਿਹੜਾ FIR ਦੇ ਵਿੱਚ ਦਰਜ ਕੀਤਾ ਜਾਣਾ ਤਾਂ ਉਸ ਦੇ ਲਈ ਬਹੁਤ ਘੱਟ ਸਮਾਂ ਲੱਗਦਾ। ਜੇਕਰ ਪ੍ਰਸ਼ਾਸਨ ਦੀ ਇੱਛਾ ਹੋਵੇ ਤਾਂ ਉਸ ਦੇ ਨਾਮ ਨੂੰ ਜੋ ਹੈ, ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਘਰ ਦੇ ਬਾਹਰ ਜੋ ਹੈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਲਗਾਤਾਰ ਇੱਕੋ ਮੰਗ ਹੈ ਕਿ ਸਾਡੀਆਂ ਮੰਗਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਜਲਦ ਗੌਰ ਕੀਤਾ ਜਾਵੇ। ਜੀ ਠੀਕ ਹੈ ਜੀ, ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ। ਸੋ ਪਰਿਵਾਰ ਦੇ ਵੱਲੋਂ ਫਿਰ ਸਾਫ਼ ਕਰ ਦਿੱਤਾ ਗਿਆ ਕਿ ਪ੍ਰਸ਼ਾਸਨ ਦੇ ਵੱਲੋਂ ਭਰੋਸਾ ਤਾਂ ਜ਼ਰੂਰ ਦਿੱਤਾ ਜਾ ਰਿਹਾ ਹੈ, ਜ਼ਬਾਨੀ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਤੇ ਗੌਰ ਕੀਤਾ ਜਾਵੇਗਾ, ਪਰ ਪਰਿਵਾਰ ਲਿਖਤੀ ਤੌਰ ਤੇ ਭਰੋਸਾ ਮੰਗ ਰਿਹਾ, ਰਿਟਨ ਦੇ ਵਿੱਚ ਮੰਗ ਰਿਹਾ ਕਿ ਉਹਨਾਂ ਮੰਗਾਂ ਨੂੰ ਪ੍ਰਸ਼ਾਸਨ ਸਰਕਾਰ ਮੰਨੇਗੀ। ਪਰ ਇਸ ਦੇ ਵਿਚਾਲੇ ਜਿੱਥੇ ਕਿ ਪਹਿਲਾਂ ਗੱਲ ਕੀਤੀ ਜਾ ਰਹੀ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਸੁਧੀਰ ਸੂਰੀ ਨੂੰ ਕਤਲकांड ਦੀ ਜਾਂਚ CBI ਤੋਂ ਕਰਵਾਈ ਜਾਵੇ, ਜਿਹੜੇ ਵਾਰਦਾਤ ਵੇਲੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ, ਤੇ ਇਸ ਦੇ ਵਿਚਾਲੇ ਹੁਣ ਸੁਧੀਰ ਸੂਰੀ ਦੇ ਭਰਾ ਦੇ ਵੱਲੋਂ ਇੱਕ ਹੋਰ ਮੰਗ ਦੀ ਗੱਲ ਕੀਤੀ ਗਈ ਹੈ। ਮੰਗ ਇਹ ਕੀਤੀ ਜਾ ਰਹੀ ਹੈ ਕਿ ਜੋ ਵਾਰਿਸ ਪੰਜਾਬ ਦੇ ਮੁਖੀ ਆ ਅੰਮ੍ਰਿਤਪਾਲ, ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਪਰਿਵਾਰ ਨੂੰ ਸਿੱਧਾ ਅੰਮ੍ਰਿਤਪਾਲ ਦਾ ਇਸ ਮਾਮਲੇ ਦੇ ਵਿੱਚ ਕਨੈਕਸ਼ਨ ਨਜ਼ਰ ਆ ਰਿਹਾ, ਜੋ ਪਰਿਵਾਰ ਦਾ ਕਹਿਣਾ ਹੈ। ਤੇ ਪਰਿਵਾਰ ਦਾ ਕਹਿਣਾ ਹੈ ਕਿ ਜੋ FIR ਦਰਜ ਕੀਤੀ ਗਈ ਉਸ FIR ਦੇ ਵਿੱਚ ਅੰਮ੍ਰਿਤਪਾਲ ਦਾ ਨਾਮ ਹੀ ਨਾਮਜ਼ਦ ਕੀਤਾ ਜਾਵੇ, ਤੁਰੰਤ ਗ੍ਰਿਫਤਾਰੀ ਤੱਕ ਦੀ ਵੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਖੈਰ, ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਰਿਵਾਰ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਜਦੋਂ ਤੱਕ
ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੁਖਬੀਰ ਸੂਰੀ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ। ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਸੁਖਬੀਰ ਸੂਰੀ ਦੇ ਘਰ ਤੋਂ ਬਾਹਰ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਪ੍ਰਸ਼ਾਸਨ ਦੇ ਅਧਿਕਾਰੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ। ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੰਗਾਂ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪਰਿਵਾਰ ਦਾ ਕਹਿਣਾ ਹੈ ਕਿ ਜ਼ਬਾਨੀ ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਪਰ ਲਿਖਤੀ ਤੌਰ ਤੇ ਭਰੋਸਾ ਦਿੱਤਾ ਜਾ ਰਿਹਾ ਹੈ। ਡੀਸੀਪੀ ਪਰਮਿੰਦਰ ਸਿੰਘ ਨਜ਼ਰ ਆ ਰਹੇ ਨੇ। ਡੀਸੀਪੀ ਪਰਮਿੰਦਰ ਸਿੰਘ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਮਝਾਉਣ ਦੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪਰਿਵਾਰ ਦੇ ਵੱਲੋਂ ਲਗਾਤਾਰ ਲਿਖਤੀ ਤੌਰ ਤੇ ਰਿਟਨ ਦੇ ਵਿੱਚ ਮੰਗਿਆ ਜਾ ਰਿਹਾ ਹੈ ਕਿ ਸਰਕਾਰ ਪ੍ਰਸ਼ਾਸਨ ਉਹਨਾਂ ਮੰਗਾਂ ਤੇ ਗੌਰ ਕਰੇਗਾ। ਪਰ ਪਰਿਵਾਰ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਹੁੰਦਾ ਸੁਖਬੀਰ ਸੂਰੀ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਪਰ ਡੀਸੀਪੀ ਪਰਮਿੰਦਰ ਸਿੰਘ ਖੁਦ ਮੌਕੇ ਤੇ ਮੌਜੂਦ ਨੇ। ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਸੁਖਬੀਰ ਸੂਰੀ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਸਹਿਯੋਗ ਇਹਨਾਂ ਨਾਲ ਕਰਨਾ ਚਾਹੀਦਾ ਨਾ। ਤੁਸੀਂ ਫਿਰ 2 ਦਿਨ ਲੈ ਲਓ 20 ਦਿਨ ਲੈ ਲਓ, ਅਸੀਂ ਬੈਠੇ ਹਾਂ ਨਾ, ਅਸੀਂ ਸੰਸਕਾਰ ਕਰੀਏ। ਚਲੋ ਜੈਕਾਰਾ ਵੀਰ ਬਜਰੰਗੇ, ਵੀਰ ਬਜਰੰਗੇ, ਵੀਰ ਬਜਰੰਗੇ, ਜੈ ਸ਼੍ਰੀ ਰਾਮ, ਜੈ ਪਰਸ਼ੂਰਾਮ, ਜੈ ਪਰਸ਼ੂਰਾਮ, ਪਰਸ਼ੂਰਾਮ, ਜੈ ਪਰਸ਼ੂਰਾਮ, ਜੈ ਸ਼੍ਰੀ ਰਾਮ। ਤੋ ਤਸਵੀਰਾਂ ਵਿਖਾ ਰਹੇ ਤੁਹਾਨੂੰ ਸੁਖਬੀਰ ਸੂਰੀ ਦੇ ਘਰ ਤੋਂ ਬਾਹਰ ਦੀਆਂ ਲਾਈਵ ਤਸਵੀਰਾਂ। ਸੁਖਬੀਰ ਸੂਰੀ ਦੇ ਸਾਥੀਆਂ ਦੇ ਵੱਲ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਡੀਸੀਪੀ ਪਰਮਿੰਦਰ ਸਿੰਘ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪਰਿਵਾਰ ਲਗਾਤਾਰ ਆਪਣੀਆਂ ਮੰਗਾਂ ਤੇ ਅੜਿਆ ਹੋਇਆ। ਪਰਿਵਾਰ ਦਾ ਕਹਿਣਾ ਹੈ ਜਦੋਂ ਤੱਕ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਸੁਖਬੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਤੱਕ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਸੁਖਬੀਰ ਸੂਰੀ ਕਤਲकांड ਤੇ ਸੀਐਮ ਮਾਨ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਸੀਐਮ ਮਾਨ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨੂੰ ਇਨਸਾਫ ਮਿਲੇਗਾ। ਸੀਐਮ ਮਾਨ ਦੇ ਵੱਲੋਂ ਪਰਿਵਾਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ। ਗੋਲੀ ਚਲਾਉਣ ਵਾਲਾ ਗ੍ਰਿਫਤਾਰ ਕੀਤਾ ਗਿਆ। ਸੀਐਮ ਮਾਨ ਦੇ ਵੱਲੋਂ ਪਹਿਲਾ ਬਿਆਨ ਦਿੱਤਾ ਗਿਆ ਹੈ ਸੂਰੀ ਕਤਲकांड ਨੂੰ ਲੈ ਕੇ। ਸੀਐਮ ਮਾਨ ਨੇ ਜਿੱਥੇ ਕਿ ਪਰਿਵਾਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ, ਉੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚਲਾਉਣ ਵਾਲਾ ਮੌਕੇ ਤੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ। तो सीएम भगवंत मान का सूरी कतलकांड ਨੂੰ ਲੈ ਕੇ ਇਹ ਪਹਿਲਾ ਬਿਆਨ ਸਾਹਮਣੇ ਆਇਆ ਕਿਉਂਕਿ ਇਸ ਦੇ ਵਿਚਾਲੇ ਲਗਾਤਾਰ ਜਿਵੇਂ ਕਿ ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਵਿਰੋਧੀਆਂ ਵੱਲੋਂ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਇਸ ਦੇ ਵਿਚਾਲੇ सीएम मान का सूरी कतलकांड ਤੇ ਇਹ ਪਹਿਲਾ ਬਿਆਨ ਸਾਹਮਣੇ ਆਇਆ। सीएम मान ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਾਂਗੇ ਤੇ ਗੋਲੀ ਚਲਾਉਣ ਵਾਲਾ ਵੀ ਜਿਹੜਾ ਹੈ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਸ ਨੂੰ ਗ੍ਰਿਫਤਾਰ ਕਰਕੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। 7 दिन का रिमांड भी पुलिस को हासिल कर लिया गया है। तो इस दे विचाले सीएम मान का पहला बयान सामने आया। सीएम मान ने परिवार को इस गल का भरोसा दिता है कि परिवार को इंसाफ मिल के रहेगा, परिवार को जरूर इंसाफ दिवाया जाएगा। नाल इन्होंने कहा कि पुलिस अपना काम कर रही है, पुलिस को डूंघाई के नाल हर एंगल तो पूरे मामले की जांच की जा रही है क्योंकि गल मंगां दी की जाए तो मंगां ते भी लगातार प्रशासन के वालों सहमति बनाने की कोशिश की जा रही है। इस दे विचाले सीएम मान का पहला बयान सामने आया। उन्होंने कहा कि पुलिस अपना काम कर रही है तो परिवार को इंसाफ मिलेगा। राउंड अप हो गया है, जो जिसने गोलियां चलाई थी अभी जांच जो है वो शुरुआत की प्रक्रिया में है, अभी पुलिस जांच कर रही है और इंसाफ मिलेगा। और राउंड अप हो गया है, जो जिसने गोलियां चलाई थी अभी जांच जो है वो शुरुआत की प्रक्रिया में है, अभी पुलिस जांच कर रही है और इंसाफ मिलेगा। और राउंड अप हो गया है, जो जिसने गोलियां चलाई थी अभी जांच जो है वो शुरुआत की प्रक्रिया में है, अभी पुलिस जांच कर रही है और इंसाफ मिलेगा। और राउंड अप हो गया है, जो जिसने गोलियां चलाई थी अभी जांच जो है वो शुरुआत की प्रक्रिया में है, अभी पुलिस जांच कर रही है और इंसाफ मिलेगा। और राउंड अप हो गया है, जो जिसने गोलियां चलाई थी अभी जांच जो है वो शुरुआत की प्रक्रिया में है, अभी पुलिस जांच कर रही है और इंसाफ मिलेगा। और राउंड अप हो गया है। सुखबीर सूरी कतलकांड ਦੇ ਸੀਐਮ ਮਾਨ ਦੇ ਵੱਲੋਂ ਪਹਿਲਾ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਮੁਲਜ਼ਮ ਹੈ ਉਸ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੋ ਸੀਐਮ ਮਾਨ ਦੇ ਵੱਲੋਂ ਪਰਿਵਾਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਇਨਸਾਫ ਜ਼ਰੂਰ ਮਿਲੇਗਾ ਪਰਿਵਾਰ ਨੂੰ, ਕਿਉਂਕਿ ਪਰਿਵਾਰ ਦੇ ਵੱਲੋਂ ਕਈ ਸਾਰੀਆਂ ਮੰਗਾਂ ਵੀ ਜਿਹੜੀਆਂ ਪ੍ਰਸ਼ਾਸਨ ਦੇ ਅੱਗੇ ਰੱਖੀਆਂ ਜਾ ਰਹੀਆਂ ਨੇ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।